ਸਤਿ ਸ਼੍ਰੀ ਅਕਾਲ ਸਾਰੇ ਮਾਈ ਵੀਜ਼ਾ ਦੇ ਸਰੋਤਿਆਂ ਨੂੰ। ਮੈਂ ਦੀਪ ਅਰੋੜਾ ਮਾਈ ਵੀਜ਼ਾ ਓਵਰਸੀਜ਼ ਤੋਂ ਕੁਮਾਰ ਮੰਡੀ ਲੁਧਿਆਣਾ ਤੋਂ ਫਿਰ ਤੁਹਾਡੇ ਨਾਲ ਅੱਜ ਇੰਟਰੈਕਟਿਡ ਆ। ਮੇਰਾ ਭਵਿੱਖ ਵਿਦੇਸ਼ ਵਿੱਚ ਦੇ ਮੰਚ ਤੋਂ ਔਰ ਫੇਸਬੁੱਕ ਦੇ ਮਾਧਿਅਮ ਤੋਂ ਤੁਹਾਡੇ ਨਾਲ ਦੁਬਾਰਾ ਅੱਜ ਮੁਲਾਕਾਤ ਦਾ ਜੋ ਸਮਾਂ ਤੇ ਦਿਨ ਮੁਕਰਰ ਸੀ ਉਹ ਉਸ ਦੇ ਵਾਅਦੇ ਮੁਤਾਬਕ ਤੁਹਾਡੇ ਨਾਲ ਅੱਜ ਤੁਹਾਡੇ ਸਾਹਮਣੇ ਆ। ਔਰ ਅੱਜ ਕੁਝ ਤਾਂ ਆਪਾਂ ਵਰਡਸ ਦੀ ਅਪਡੇਟ ਕਰਾਂਗੇ ਕਿ ਪੂਰੇ ਵਰਲਡ ਦੇ ਵਿੱਚ ਸਟੱਡੀ ਵੀਜ਼ਾ ਔਰ ਵਿਜ਼ਟਰ ਵੀਜ਼ਾ ਲੈ ਕੇ ਕੀ ਚੱਲ ਰਿਹਾ। ਔਰ ਅੱਜ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਲਾਸਟ ਫਰਾਈਡੇ ਨੂੰ ਕਿ ਆਪਾਂ ਗੱਲ ਕਰਾਂਗੇ ਅੱਜ ਨਿਊਜ਼ੀਲੈਂਡ ਦੇ ਸਟੱਡੀ ਵੀਜ਼ਾ ਬਾਰੇ। ਬਹੁਤ ਹੀ ਵਧੀਆ ਡੈਸਟੀਨੇਸ਼ਨ ਹੈ ਔਰ ਐਜੂਕੇਸ਼ਨ ਸਿਸਟਮ ਬਹੁਤ ਵਧੀਆ ਹੈ, ਇਹਦੇ ਬਾਰੇ ਗੱਲ ਕਰਾਂਗੇ। ਔਰ ਤੁਸੀਂ ਸ਼ੇਅਰ ਤਾਂ ਕਰਦੇ ਰਹਿੰਦੇ ਹੋ, ਤਾਂ ਇਸ ਵਾਰੀ ਵੀ ਜਿਹੜੇ ਵੀਡੀਓਜ਼ ਹੈਗੀ ਆ ਇਹ ਸ਼ੇਅਰ ਕਰਦੇ ਰਹੋ ਔਰ ਬੈਨੀਫਿਟ ਹੁੰਦਾ ਰਹੇ। ਚਾਹੇ ਉਹ ਸਟੂਡੈਂਟ ਨੇ ਜਿਨ੍ਹਾਂ ਨੇ ਨਿਊਜ਼ੀਲੈਂਡ ਲਈ ਪਲਾਨ ਕਰਨਾ ਹੈ ਤੇ ਜਾਂ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਉਹਨਾਂ ਲਈ ਵੀ ਇਹ ਜਿਹੜੀ ਵੀਡੀਓ ਹੈ ਇਹ ਬਹੁਤ ਬੈਨੀਫੀਸ਼ੀਅਲ ਹੋਣ ਵਾਲੀ ਹੈ। ਸੋ ਪਹਿਲਾਂ ਤਾਂ ਗੱਲ ਕਰਦੇ ਹਾਂ ਕਿ ਅਪਡੇਟਸ ਬਾਰੇ ਕਿ ਅੱਜ ਪੂਰੇ ਵਰਲਡ ਦੇ ਕੀ ਅਪਡੇਟ ਨੇ। ਸੋ ਲਾਸਟ ਹਫਤੇ ਔਰ ਇਸ ਹਫਤੇ ਦੇ ਵਿੱਚ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈ। ਜੇ ਮੈਂ ਸਟੱਡੀ ਵੀਜ਼ਾ ਦੀ ਗੱਲ ਕਰਾਂ ਤੇ ਕੈਨੇਡਾ ਔਰ ਆਸਟ੍ਰੇਲੀਆ ਵੀਜ਼ਾਸ ਦੇ ਰਹੇ ਨੇ, ਬਟ ਫਲਾਈਟਸ ਜਿਹੜੀਆਂ ਨੇ ਹਾਲੇ ਤੁਹਾਨੂੰ ਪਤਾ ਕਿ ਮੁਸ਼ਕਿਲ ਹੈ, ਕਿਉਂਕਿ ਜਿਨ੍ਹਾਂ ਦੇ ਬਾਇਓ ਇਨਫੋਰਮੇਸ਼ਨ ਲੈਟਰ ਜਿਹੜੇ ਆਏ ਸੀ, ਬਾਇਓਮੈਟ੍ਰਿਕ ਇਨਫੋਰਮੇਸ਼ਨ ਲੈਟਰ BIL ਆਏ ਸੀ, ਉਹਨਾਂ ਨੂੰ PPR ਦੀ ਹਾਲੇ ਜਿਹੜੀ ਪਾਸਪੋਰਟ ਰਿਕੁਐਸਟ ਦੀ ਹਾਲੇ ਵੇਟ ਹੈ। ਸਾਡੇ ਵੀ ਸਟੂਡੈਂਟਸ ਜਿਹੜੇ ਨੇ ਉਹ PPR ਦੀ ਵੇਟ ਕਰ ਰਹੇ ਨੇ। ਐਂਡ ਜੇ ਮੈਂ ਗੱਲ ਕਰਾਂ ਯੂਰਪ ਕੰਟਰੀਜ਼ ਦੀ ਤਾਂ ਉੱਥੇ ਵੀ ਹਾਲੇ ਤੁਹਾਨੂੰ ਵੇਟ ਕਰਨਾ ਪੈਣਾ। ਟੂਰਿਸਟ ਜਿਹੜੇ ਵੀਜ਼ਾ ਨੇ ਜਾਂ ਵਿਜ਼ਟਰ ਵੀਜ਼ਾ ਨੇ ਉਹ ਵੀ ਹਾਲੇ ਬੰਦ ਨੇ, ਜਿਹੜੇ ਬਾਰਡਰਸ ਨੇ ਉਹ ਅਲਾਉ ਨਹੀਂ ਕਰ ਰਹੇ। ਹਾਂ, ਜਿਹੜੇ ਨਾਨ ਆਪਸ਼ਨਲ ਕੈਟਾਗਰੀ ਚਾਹੁੰਦੇ ਨੇ ਚਾਹੇ ਕਿਸੇ ਵੀ ਕੰਟਰੀ ਦੇ ਵਿੱਚ ਜਾਣਾ ਹੋਵੇ ਉਹ ਤੁਹਾਡੇ ਲਈ ਖੁੱਲੇ ਨੇ। ਫਸਟ ਪ੍ਰਾਇੋਰਟੀ ਜਿਹੜੀ ਹੁੰਦੀ ਹੈ ਕਿਸੇ ਵੀ ਸਰਕਾਰ ਦੀ ਉਹ ਹੁੰਦੀ ਹੈ ਸਟੂਡੈਂਟ ਵੀਜ਼ਾ ਦੀ, ਸਟੱਡੀ ਵੀਜ਼ਾ ਦੀ, ਕਿ ਜਿਹੜੇ ਬੱਚੇ ਜਾ ਕੇ ਪੜ੍ਹਨਾ ਚਾਹੁੰਦੇ ਨੇ। ਸੈਕੰਡ ਪ੍ਰਾਇੋਰਟੀ ਹੁੰਦੀ ਹੈ ਜਿਨ੍ਹਾਂ ਕੋਲ ਵਰਕ ਪਰਮਿਟ ਹੈ ਜਾਂ PR ਹੈ। ਐਂਡ ਥਰਡ ਪ੍ਰਾਇੋਰਟੀ ਹੁੰਦੀ ਹੈ ਸਪਾਊਸ ਵੀਜ਼ਾ ਦੀ। ਤਾਂ ਹੁਣ ਸਪਾਊਸ ਵੀਜ਼ਾ ਵੀ ਥੋੜੇ ਲੇਟ ਹੋ ਰਹੇ ਨੇ। ਆਮ ਤੌਰ ਤੇ ਅੱਗੇ ਕੀ ਹੁੰਦਾ ਸੀ 6 ਮਹੀਨੇ ਬਾਅਦ ਜਾਂ 4-5 ਮਹੀਨੇ ਬਾਅਦ ਅਪਲਾਈ ਕਰਦੇ ਸੀ ਔਰ ਤਕਰੀਬਨ ਮਹੀਨੇ ਬਾਅਦ ਜਿਹੜਾ ਸਪਾਊਸ ਵੀਜ਼ਾ ਉਹ ਗ੍ਰਾਂਟ ਹੁੰਦਾ ਸੀ। ਬਟ ਹੁਣ ਸਮਾਂ ਲੱਗ ਰਿਹਾ ਹੈ ਔਰ ਇਹ ਤੁਹਾਨੂੰ ਪਤਾ ਹੈ ਕਿ COVID-19 ਕਾਰਨ ਇਹ ਸਾਰੀਆਂ ਪ੍ਰੋਬਲਮਸ ਆ ਰਹੀਆਂ ਨੇ। ਖੈਰ ਵੈਕਸੀਨੇਸ਼ਨ ਆ ਚੁੱਕੀ ਹੈ ਔਰ ਹੋਪਿੰਗ ਫॉर द ਬੈਸਟ ਕਿ ਬਹੁਤ ਅੱਛੇ ਰਿਜ਼ਲਟਸ ਆ ਰਹੇ ਨੇ ਔਰ ਅੱਗੋਂ ਵੀ ਆਉਣਗੇ। ਸਾਰੀ ਪੂਰੇ ਵਿਸ਼ਵ ਦੇ ਵਿੱਚ ਇੱਕ ਪੋਜ਼ਿਟਿਵਿਟੀ ਦਾ ਮਾਹੌਲ ਹੈ ਕਿ ਇਮੀਗ੍ਰੇਸ਼ਨ ਤੇ ਹੋਰ ਬਾਕੀ ਜਿਹੜੇ ਕਾਰੋਬਾਰ ਨੇ ਉਹ ਜਲਦੀ ਹੀ ਆਪਣੇ ਪਹਿਲੇ ਦੇ ਮੋੜ ਚ ਆਣਗੇ ਜਿਹੜੇ ਕਿ 2020 ਫਰਵਰੀ ਤੋਂ ਪਹਿਲਾਂ ਹੁੰਦੇ ਸੀ। ਖੈਰ ਪ੍ਰਮਾਤਮਾ ਅੱਗੇ ਇਹੀ ਦੁਆ ਕਰਦੇ ਹਾਂ, ਸੱਚੇ ਪਾਤਸ਼ਾਹ ਅੱਗੇ, ਈਸ਼ਵਰ ਅੱਲਾਹ ਵਾਹਿਗੁਰੂ ਅੱਗੇ, ਕਿ ਉਸੇ ਹੀ ਟਰੈਕ ਤੇ ਉਸੇ ਹੀ ਪਟੜੀ ਤੇ ਦੁਬਾਰਾ ਉਹ ਜ਼ਿੰਦਗੀ ਆ ਜਾਏ ਤਾਂ ਕਿ ਜਿਨ੍ਹਾਂ ਦੇ ਕਾਰੋਬਾਰ ਫਿਲਹਾਲ ਤੱਕ ਬੰਦ ਨੇ ਉਹ ਰੋਜੀ ਰੋਟੀ ਤੱਕ ਪਹੁੰਚ ਜਾਣ। ਸੋ ਜਿਹੜੇ ਮੈਂ ਓਵਰਆਲ ਟੋਟੈਲਿਟੀ ਦੀ ਗੱਲ ਕੀਤੀ ਆ ਅਪਡੇਟ ਸੀ, ਉਹਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈ। ਜੇ ਮੈਂ ਗੱਲ ਕਰਾਂ USA ਦੀ, UK ਦੀ, ਇੱਥੇ ਵੀ ਹਾਲੇ ਫਲਾਈਟਸ ਦੀ ਪੋਸੀਬਿਲਿਟੀ ਘੱਟ ਹੈ। ਵੀਜ਼ਾਸ ਆ ਰਹੇ ਨੇ, ਵੀਜ਼ਾਸ ਦੀ ਕੋਈ ਦਿੱਕਤ ਨਹੀਂ ਹੈ। USA ਦੇ ਵਿੱਚ ਜਿਹੜੀ ਅਪਾਇੰਟਮੈਂਟ ਹੈ ਉਹ ਵੀ ਹਾਲੇ ਲੇਟ ਹੋ ਰਹੀ ਹੈ। ਅਪ੍ਰੈਲ ਦੇ ਵਿੱਚ ਆਲਮੋਸਟ ਤੁਹਾਨੂੰ ਜਿਹੜੀ ਅਪਾਇੰਟਮੈਂਟ ਮਿਲੇਗੀ। ਬਾਕੀ ਸੁਪਰ ਵੀਜ਼ਾ ਹੈ, CAN ਪਲੱਸ ਵੀਜ਼ਾ ਹੈ, ਇਹ ਵੀ ਹਾਲੇ ਤੁਹਾਨੂੰ ਰੁਕ ਜਾਣਾ ਚਾਹੀਦਾ ਹੈ। ਵਿਜ਼ਟਰ ਵੀਜ਼ਾ ਬਾਰੇ ਵੀ ਹਾਲੇ ਤੁਹਾਨੂੰ ਰੁਕ ਜਾਣਾ ਚਾਹੀਦਾ ਹੈ। ਤਾਂ ਜੋ ਨਵੇਂ ਅਪਡੇਟਸ ਆਈ ਜਾਣਗੇ ਮਾਈ ਵੀਜ਼ਾ, ਕਿਉਂਕਿ ਅੰਬੈਸੀਜ਼ ਨਾਲ ਸਾਡੇ ਨੂੰ ਡਾਇਰੈਕਟ ਨਿਊਜ਼ ਲੈਟਰ ਆ ਜਾਂਦੇ ਨੇ, ਤਾਂ ਜੋ ਵੀ ਲੇਟੈਸਟ ਅਪਡੇਟਸ ਹੁੰਦੀ ਹੈ ਤਾਂ ਤੁਹਾਨੂੰ ਅਸੀਂ ਸ਼ੇਅਰ ਕਰਦੇ ਰਹਿੰਦੇ ਹਾਂ। ਸੋ ਜਿਹੜੇ ਸਟੂਡੈਂਟਸ ਨਿਊਜ਼ੀਲੈਂਡ ਜਾਣਾ ਚਾਹੁੰਦੇ ਨੇ ਉਹ ਇਸ ਵੀਡੀਓ ਨੂੰ ਜ਼ਰੂਰ ਦੇਖਣ ਔਰ ਜਿਹੜੇ ਕੰਸਲਟੈਂਟਸ ਨੇ ਜਿਨ੍ਹਾਂ ਨੇ ਹਾਲੇ ਨਵਾਂ ਕੰਮ ਸ਼ੁਰੂ ਕੀਤਾ ਇਮੀਗ੍ਰੇਸ਼ਨ ਦਾ ਉਹ ਵੀ ਇਹ ਵੀਡੀਓ ਦੇਖ ਕੇ ਬੈਨੀਫਿਟਸ ਲੈ ਸਕਦੇ ਨੇ ਔਰ ਸਾਡੇ ਨਾਲ ਜੁੜ ਕੇ ਵੀ ਅਰਨਿੰਗ ਕਰ ਸਕਦੇ ਨੇ। ਸੋ ਗੱਲ ਕਰਦੇ ਹਾਂ ਨਿਊਜ਼ੀਲੈਂਡ ਦੀ। ਸਭ ਤੋਂ ਪਹਿਲਾਂ ਗੱਲ ਇਹ ਹੈ ਕਿ ਨਿਊਜ਼ੀਲੈਂਡ ਇੱਕ 50 ਲੱਖ ਦੀ ਆਬਾਦੀ ਵਾਲਾ ਦੇਸ਼ ਜਿਹਨੇ ਪੂਰੇ ਵਿਸ਼ਵ ਦੇ ਵਿੱਚ ਆਪਣੀ ਧਾਕ ਜਮਾਈ ਹੈ ਐਜੂਕੇਸ਼ਨ ਦੇ ਬੇਸ ਦੇ ਉੱਪਰ। ਜੇ ਆਪਾਂ ਗੱਲ ਕਰੀਏ ਤਾਂ ਜਿਹੜੀ ਇਹਦੀ ਕੈਪੀਟਲ ਹੈ ਉਹ ਵੈਲਿੰਗਟਨ ਹੈ ਔਰ ਆਕਲੈਂਡ ਇਹਦੀ ਲਾਰਜੈਸਟ ਸਿਟੀ ਹੈ। ਔਰ ਸਭ ਤੋਂ ਵਧੀਆ ਗੱਲ ਹੈ ਕਿ ਇਹਦੇ ਵਿੱਚ 3 ਸਾਲ ਦੀ ਜਿਹੜੀ ਡਿਗਰੀ ਹੈ, ਜਿਹੜੇ UG ਦੇ ਕੋਰਸ ਨੇ 3 ਸਾਲ ਦੇ ਨੇ ਔਰ ਜਿਹੜੇ PG ਦੇ ਕੋਰਸ ਨੇ ਜਾਂ ਮਾਸਟਰਸ ਨੇ ਇਹ 2 ਸਾਲ ਦੇ ਨੇ। ਸੋ ਸਟੈਪ ਬਾਈ ਸਟੈਪ ਮੈਂ ਦੱਸਾਂਗਾ ਤੁਹਾਨੂੰ ਕਿ ਕਿਵੇਂ ਤੁਸੀਂ ਐਡਮਿਸ਼ਨ ਲੈਣੀ ਹੈ, ਕਿੰਨੇ % ਮਾਰਕਸ ਹੋਣੇ ਚਾਹੀਦੇ ਨੇ, ਕਿਵੇਂ ਤੁਹਾਨੂੰ PR ਮਿਲੇਗੀ, ਕਿਵੇਂ ਤੁਹਾਨੂੰ ਉੱਥੇ ਵਰਕ ਪਰਮਿਟ ਮਿਲੇਗਾ, ਜਾਂ ਸਪਾਊਸ ਵੀਜ਼ਾ ਕਿਵੇਂ ਕਰ ਸਕਦੇ ਆਪਾਂ ਨਾਲ ਲਿਜਾ ਸਕਦੇ ਹਾਂ, ਇੰਟਰਵਿਊ ਕਿਵੇਂ ਹੁੰਦੀ ਹੈ, ਫੀਸਾਂ ਕਦੋਂ ਦੇਣੀਆਂ ਨੇ, ਅੰਬੈਸੀ ਦੀ ਫੀਸਾਂ ਕਿੰਨੀਆਂ ਨੇ, ਗੈਪ ਕਿੰਨਾ ਤੁਸੀਂ ਆਪਣੇ ਹੱਦ ਤੱਕ ਦੇਖ ਸਕਦੇ ਹੋ ਕਿ ਵੀ ਤੁਹਾਨੂੰ ਐਡਮਿਸ਼ਨਸ ਲੈਣ ਦੇ ਲਈ ਅੱਗੋਂ ਕਿੰਨਾ ਕੁ ਤੁਸੀਂ ਗੈਪ ਕਿਵੇਂ ਜਸਟੀਫਾਈਡ ਸ਼ੋ ਕਰਨਾ ਹੁੰਦਾ।
ਸੋ ਅਗਲੇ ਅਪਰੋਕਸੀਮੇਟਲੀ ਜੇ ਮੰਨ ਲਓ ਕਿ ਤੁਰੀਏ ਕਿ 25 ਮਿੰਟ ਤੁਸੀਂ ਮਾਈ ਵੀਜ਼ਾ ਦੇ ਸੈਸ਼ਨ ਨਾਲ ਜੁੜੇ ਰਹੀਓ। ਕੋਸ਼ਿਸ਼ ਇਹ ਕਰਾਂਗੇ ਕਿ ਵੀ ਸੱਚੀ ਤੇ ਸੁੱਚੀ ਜਿਹੜੀ ਇਨਫੋਰਮੇਸ਼ਨ ਹੈ ਉਹ ਤੁਹਾਡੇ ਤੱਕ ਪਹੁੰਚਾਵਾਂਗੇ। ਸੋ ਸਟਾਰਟ ਕਰਦੇ ਹਾਂ ਕਿ ਜੇ ਸਾਡੇ ਕੋਲ ਕੋਈ ਸਟੂਡੈਂਟ ਆਉਂਦਾ ਹੈ ਕਿ ਜਿਸ ਨੇ ਨਿਊਜ਼ੀਲੈਂਡ ਜਾਣਾ ਹੈ, ਤਾਂ ਸਭ ਤੋਂ ਪਹਿਲਾਂ ਗੱਲ ਤਾਂ ਦੇਖੋ ਕਿ ਤੁਹਾਡੀ ਪਾਕਟ ਦੇ ਵਿੱਚ ਅਪਰੋਕਸੀਮੇਟਲੀ 26 ਲੱਖ ਰੁਪਏ ਹੋਣਾ ਚਾਹੀਦਾ। ਦੇਖੋ ਇਹ ਇੱਕ ਹੈਵੀ ਕਾਸਟਿੰਗ ਕੰਟਰੀ ਹੈ, ਨੋ ਡਾਊਟ ਕਿ ਇਹਦੇ ਵਿੱਚ ਜਿਹੜੇ ਸਟੂਡੈਂਟ ਵੀਜ਼ਾ ਉੱਥੇ ਲੈ ਲੈਂਦੇ ਨੇ, ਸਟੱਡੀ ਵੀਜ਼ਾ ਲੈ ਲੈਂਦੇ ਨੇ, ਜਦੋਂ PR ਮਿਲ ਜਾਂਦੀ ਹੈ ਤਾਂ ਜ਼ਿੰਦਗੀ ਬਹੁਤ ਬਹੁਤ ਵਧੀਆ ਹੈ। ਐਂਡ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਤੁਹਾਨੂੰ ਇਹ ਫੰਡ ਹੈ ਇਹ ਤਕਰੀਬਨ 6 ਮਹੀਨੇ ਪੁਰਾਣੇ ਫੰਡ ਸ਼ੋ ਕਰਨੇ ਪੈਂਦੇ ਨੇ। ਸਟਾਰਟਿੰਗ ਕਰਦੇ ਆ, ਸਾਡੇ ਕੋਲ ਸਟੂਡੈਂਟ ਆਇਆ ਜਿਨ੍ਹਾਂ ਨੇ +2 ਕੀਤੀ ਹੋਈ ਹੈ, ਆਰਟਸ, ਕਾਮਰਸ, ਨਾਨ ਮੈਡੀਕਲ, ਮੈਡੀਕਲ ਕਿਸੇ ਵੀ ਸਟਰੀਮ ਦੇ ਵਿੱਚ ਹੈਗੇ ਨੇ, ਤਾਂ ਉਹਨਾਂ ਨੂੰ 60% ਮਾਰਕਸ ਜਿਹੜੇ ਨੇ ਉਹ CBSE ਬੋਰਡ ਦੇ ਵਿੱਚੋਂ ਔਰ 65% ਮਾਰਕਸ ਜਿਹੜੇ ਨੇ ਸਟੇਟ ਬੋਰਡ ਦੇ ਵਿੱਚੋਂ, ਚਾਹੇ ਪੰਜਾਬ ਬੋਰਡ ਹੈ, ਕੋਈ ਹਰਿਆਣਾ ਹੈ, ਹਿਮਾਚਲ ਹੈ, ਇਹ ਸਟੇਟ ਬੋਰਡ ਨੇ, ਉਹਨਾਂ ਵਿੱਚ ਹੋਣੇ ਚਾਹੀਦੇ ਨੇ। ਜੇ ਮੈਂ IELTS ਦੀ ਗੱਲ ਕਰਾਂ ਤੇ ਤੁਹਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ 6 ਬੈਂਡ ਈਚ ਹੋਣ ਤਾਂ ਬਹੁਤ ਵਧੀਆ, ਵੀਜ਼ਾਸ ਦੇ ਚਾਂਸਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ। ਪਰ ਇੱਕ ਦੇ ਵਿੱਚੋਂ 5.5 ਬੈਂਡ ਵੀ ਹੁੰਦੇ ਨੇ ਤਾਂ ਜਿਹੜੇ ਨਿਊਜ਼ੀਲੈਂਡ ਹੈ ਇਹ ਵੀਜ਼ਾਸ ਦੇ ਦਿੰਦੇ ਨੇ। ਤੇ ਜੇ PG ਦੇ ਕੋਰਸ ਕਰਨ ਜਾਣੇ ਨੇ, ਜੇ ਤੁਸੀਂ ਅੱਗੋਂ ਪੋਸਟ ਗ੍ਰੈਜੂਏਟ ਕਰਨ ਜਾਣਾ ਹੈ ਜਾਂ ਤੁਸੀਂ ਮਾਸਟਰਸ ਦੇ ਕੋਰਸ ਕਰਨ ਜਾਣੇ ਨੇ, ਤਾਂ ਤੁਹਾਡੇ ਜਿਹੜੇ ਬੈਂਡ ਨੇ ਉਹਦੀ ਨੈਚੁਰਲੀ ਕੀ ਰਿਕੁਆਇਰਮੈਂਟ ਵੱਧ ਜਾਏਗੀ। ਤਾਂ 6.5 ਨਾਟ ਲੈਸ 6 ਜਾਂ 6 ਬੈਂਡ ਈਚ ਜਿਹੜੇ ਨੇ ਇਹ ਤੁਹਾਡੇ ਹੋਣੇ ਚਾਹੀਦੇ ਨੇ। ਸੋ ਨਿਊਜ਼ੀਲੈਂਡ ਦੇ ਵਿੱਚ ਪਹਿਲੀ ਗੱਲ ਤਾਂ ਹੋ ਗਈ ਮਾਰਕਸ ਦੀ। ਹੁਣ ਸੈਕੰਡ ਸਟੈਪ ਤੇ ਆ ਗਿਆ ਕਿ ਜੇ ਕਿਸੇ ਕੋਲ ਆਰਟਸ ਹੈ ਤਾਂ ਅਸੀਂ ਦੇਖੋ ਰੈਲੇਵੈਂਸੀ ਬਹੁਤ ਮੈਟਰ ਕਰਦੀ ਹੈ। ਕਿਸੇ ਵੀ ਕੰਟਰੀ ਵਿੱਚ ਜਾਣਾ ਹੋਵੇ, ਜੇ ਤੁਹਾਡਾ ਸਬਜੈਕਟ ਰੈਲੇਵੈਂਟ ਨਹੀਂ ਹੈ, ਮੈਂ ਨਿਊਜ਼ੀਲੈਂਡ ਦੀ ਗੱਲ ਨਹੀਂ ਕਰ ਰਿਹਾ, ਚਾਹੇ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, US, UK, ਜਿਹੜੀ ਮਰਜ਼ੀ ਕੰਟਰੀ ਜਾਣਾ, ਜੋ ਤੁਸੀਂ ਸਟੱਡੀ ਕੀਤੀ ਹੈ +2 ਦੇ ਵਿੱਚ ਜਾਂ ਗ੍ਰੈਜੂਏਸ਼ਨ ਦੇ ਵਿੱਚ, ਜੇ ਤੁਹਾਡੇ ਸਬਜੈਕਟਸ ਰੈਲੇਵੈਂਟ ਨਹੀਂ ਹੈ ਤਾਂ ਮੈਂ ਸਮਝਦਾ ਕਿ 90% ਵੀਜ਼ਾਸ ਦੇ ਚਾਂਸ ਖਤਮ ਹੋ ਜਾਂਦੇ ਨੇ। ਤਾਂ ਜਿਹੜੇ ਤਾਂ ਬੱਚੇ ਆਰਟਸ ਦੇ ਨੇ, ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਆਰਟਸ ਵਾਲੇ ਬੱਚਿਆਂ ਨੂੰ ਅਸੀਂ ਕੁਕਿੰਗ ਔਰ ਬੇਕਿੰਗ ਦੇ ਕੋਰਸ ਲੈ ਕੇ ਦਈਏ। ਉੱਥੇ ਹਸਪਿਟੈਲਿਟੀ ਐਂਡ ਹੋਟਲ ਮੈਨੇਜਮੈਂਟ ਦੇ ਕੋਰਸਿਸ ਨੇ, ਫਾਰਮਿੰਗ ਹੈ, ਜਾਂ ਤੁਹਾਡੇ ਨਾਲ ਜਿਹੜੇ ਕੋਰਸਿਸ ਨੇ ਬੇਕਿੰਗ ਦੇ, ਕੁਕਰੀ ਦੇ ਔਰ ਹਸਪਿਟੈਲਿਟੀ, ਮੈਂ ਤੁਹਾਨੂੰ ਦੱਸਿਆ ਇਹ ਕੋਰਸਿਸ ਬਹੁਤ ਹੀ, ਜਾਂ ਕ੍ਰਿਮੀਨੋਲੋਜੀ ਦੇ ਹੈ ਕੋਰਸਿਸ, ਇਹ ਬਹੁਤ ਵਧੀਆ ਕੋਰਸਿਸ ਮੰਨੇ ਜਾਂਦੇ ਨੇ, ਜਾਂ ਡੇਅਰੀ ਫਾਰਮਿੰਗ ਦਾ ਜਾਂ ਫਾਰਮਿੰਗ ਦੇ ਜਿਹੜੇ ਕੋਰਸਿਸ ਨੇ ਇਹ ਬਹੁਤ ਜ਼ਿਆਦਾ ਵਧੀਆ ਮੰਨੇ ਜਾਂਦੇ ਨੇ ਨਿਊਜ਼ੀਲੈਂਡ ਦੇ ਵਿੱਚ। ਜੇ ਤੁਸੀਂ ਕਮਰਸ ਦੀ ਗੱਲ ਕਰੇ, ਕਮਰਸ ਦੇ ਵਿੱਚ ਅਸੀਂ ਦੇਖੋ HR ਦੀ ਗੱਲ ਕਰਦੇ ਹਾਂ, ਫਾਈਨਾਂਸ ਦੀ ਗੱਲ ਕਰਦੇ ਹਾਂ, ਮਾਰਕੀਟਿੰਗ ਦੀ ਗੱਲ ਕਰਦੇ ਹਾਂ, ਲੌਜਿਸਟਿਕਸ ਦੀ ਗੱਲ ਕਰਦੇ ਹਾਂ, ਐਂਡ ਹੋਰ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਹੈ, ਗਲੋਬਲ ਬਿਜ਼ਨਸ ਮੈਨੇਜਮੈਂਟ ਹੈ, ਇਹ ਕਮਰਸ ਵਾਲੇ ਸਟੂਡੈਂਟ ਨੂੰ ਅਸੀਂ ਲੈ ਕੇ ਦਿੰਦੇ ਹਾਂ। ਨਾਨ ਮੈਡੀਕਲ ਵਾਲੇ ਸਟੂਡੈਂਟ ਨੋ ਡਾਊਟ ਕਿ ਇੰਜੀਨੀਅਰਿੰਗ ਤਾਂ ਕਰ ਹੀ ਸਕਦੇ ਨੇ। ਉਹਦੇ ਨਾਲ ਦੇਖੋ ਜਿਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ, ਜਾਂ ਤੁਸੀਂ ਪ੍ਰੋਜੈਕਟ ਮੈਨੇਜਮੈਂਟ ਦੇ ਜਿਹੜੇ ਕੋਰਸ ਨੇ ਇਹ ਲੈ ਸਕਦੇ ਹੋ, ਜਾਂ ਜਿਹੜੇ ਵੀ ਕੋਰਸਿਸ ਤੁਹਾਡੇ ਫਿਜ਼ਿਕਸ, ਕੈਮਿਸਟਰੀ, ਮੈਥਮੈਟਿਕਸ ਦੇ ਬੇਸਿਸ ਤੇ ਹੋਣਗੇ ਉਹ ਤੁਹਾਨੂੰ ਅਸੀਂ ਕੋਰਸਿਸ ਲੈ ਕੇ ਦਿੰਦੇ ਹਾਂ। ਬਾਇਓਲੋਜੀ ਦੀ ਗੱਲ ਕਰਾਂ ਤਾਂ ਨਰਸਿੰਗ ਔਰ ਹੈਲਥ ਦੇ ਕੋਰਸਿਸ ਤਾਂ ਹੈਗੇ ਨੇ, ਬਾਕੀ ਬਾਇਓਟੈਕਨੋਲੋਜੀ ਦੇ ਨੇ ਔਰ ਆਪਟੀਸ਼ੀਅਨਸ ਦੇ ਕੋਰਸਿਸ ਨੇ, ਇਹ ਤੁਹਾਨੂੰ ਕੋਰਸਿਸ ਉੱਥੇ ਮਿਲ ਸਕਦੇ ਨੇ। ਲੈਬੋਰੇਟਰੀ ਟੈਕਨੀਸ਼ੀਅਨ ਦੇ ਜਿਹੜੇ ਕੋਰਸਿਸ ਨੇ ਉਹ ਬਹੁਤ ਡਿਮਾਂਡ ਦੇ ਵਿੱਚ ਰਹਿੰਦੇ ਨੇ। ਐਂਡ ਫੋਰੈਸਟਰੀ ਹੋ ਗਿਆ, ਇਨਵਾਇਰਮੈਂਟਲ ਸਾਇੰਸ ਹੋ ਗਿਆ, ਇਹ ਵੀ ਕੋਰਸਿਸ ਬਹੁਤ ਡਿਮਾਂਡ ਦੇ ਵਿੱਚ ਰਹਿੰਦੇ ਨੇ। ਸੋ ਰੈਲੇਵੈਂਸੀ ਹੋਗੀ ਕਿ ਤੁਹਾਡੇ ਕੋਲ ਆਰਟਸ, ਕਾਮਰਸ, ਨਾਨ ਮੈਡੀਕਲ, ਮੈਡੀਕਲ ਕਿਹੜੇ ਸਬਜੈਕਟ ਹੈਗੇ ਨੇ, ਉਹਨਾਂ ਦੇ ਅਸੀਂ ਮਾਰਕਸ ਵੀ ਦੇਖਦੇ ਹਾਂ। ਉਹਦੇ ਬੇਸਿਸ ਤੇ ਅਸੀਂ ਤੁਹਾਨੂੰ ਸਬਜੈਕਟ ਚੂਜ਼ ਕਰਦੇ ਹਾਂ। ਸਬਜੈਕਟ ਤੁਸੀਂ ਵੀ ਚੂਜ਼ ਕਰਨਾ ਹੁੰਦਾ, ਸਾਡੇ ਵੱਲੋਂ ਜਿਹੜੇ ਸਬਜੈਕਟ ਉਹ ਜੇ ਕਾਮਨ ਹੋ ਜਾਂਦੇ ਨੇ ਤਾਂ ਅਸੀਂ ਉਹ ਜਿਹੜੇ ਅੱਗੋਂ ਰੈਲੇਵੈਂਸੀ ਦੇ ਬੇਸ ਤੇ ਅਸੀਂ ਵੀਜ਼ਾ ਅਪਲਾਈ ਕਰਦੇ ਹਾਂ। ਕਿਆ ਸੋ ਮਾਰਕਸ ਹੋ ਗਏ ਐਂਡ ਉਸ ਤੋਂ ਬਾਅਦ ਤੁਹਾਡੇ ਸਬਜੈਕਟ ਹੋ ਗਏ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਅੱਜ ਦੀ ਗੱਲ ਵੀ ਹੋ ਗਈ, ਉਸ ਵਿੱਚ ਗੱਲ ਕਰਦੇ ਹਾਂ ਕਿ ਪਹਿਲਾਂ ਐਕਚੁਅਲੀ 2018 26 ਨਵੰਬਰ 2018 ਦੇ ਵਿੱਚ ਇੱਕ EMPLOYEE ਅਸਿਸਟੈਂਸ ਪ੍ਰੋਗਰਾਮ ਸੀ, ਜਿਹਨੂੰ EAP ਕਹਿੰਦੇ ਨੇ। ਇਹ ਕੀ ਹੁੰਦਾ ਸੀ ਕਿ ਪਹਿਲਾਂ 1 ਸਾਲ ਦਾ ਜੌਬ ਸਰਚ ਵੀਜ਼ਾ ਮਿਲਦਾ ਸੀ ਤੇ ਬਾਕੀ ਅੱਗੋਂ 2 ਸਾਲ ਦਾ ਵਰਕ ਪਰਮਿਟ ਮਿਲਦਾ ਸੀ, ਉਹ ਹੁਣ ਬੰਦ ਹੋ ਗਿਆ। ਹੁਣ ਇੱਕ ਬਹੁਤ ਵਧੀਆ ਸਕੀਮ ਜਿਹੜੀ ਨਿਊਜ਼ੀਲੈਂਡ ਦੀ ਗਵਰਨਮੈਂਟ ਨੇ ਸ਼ੁਰੂ ਕੀਤੀ ਹੈ, ਉਹ ਇਹ ਹੈ ਕਿ ਤੁਸੀਂ ਲੈਵਲ ਵਾਈਜ਼ ਸਟੱਡੀ ਕਰੋਗੇ, ਤੁਹਾਨੂੰ ਉਸ ਹਿਸਾਬ ਨਾਲ ਵਰਕ ਪਰਮਿਟ ਮਿਲੇਗਾ ਤੇ ਰੀਜਨਲ ਏਰੀਆ ਵਾਈਜ਼ ਤੁਹਾਨੂੰ ਵਰਕ ਪਰਮਿਟ ਮਿਲੇਗਾ। ਮੈਂ ਤੁਹਾਨੂੰ ਇਸ ਤੋਂ ਉੱਪਰ ਡਿਟੇਲਸ ਗੱਲ ਕਰਦੇ ਹਾਂ, ਕੋਈ ਬੜੀ ਇੰਪੋਰਟੈਂਟ ਗੱਲ ਹੈ। ਪਹਿਲੀ ਗੱਲ ਕਰਦੇ ਹਾਂ ਕਿ ਲੈਵਲ ਕੀ ਹੁੰਦੇ ਨੇ। 5 ਔਰ 6 ਜਿਹੜੇ ਲੈਵਲਸ ਨੇ, ਦੇਖੋ ਟੋਟਲ 5 ਤੋਂ ਲੈ ਕੇ 10 ਤੱਕ ਲੈਵਲ ਹੁੰਦੇ ਨੇ, ਮੈਂ ਤੁਹਾਨੂੰ ਅਲੱਗ-ਅਲੱਗ ਦੱਸਣ ਲੱਗਾ ਵਾਂ ਤਾਂ ਕਿ ਤੁਹਾਨੂੰ ਕਲੈਰਿਟੀ ਹੋਵੇ। 5 ਔਰ 6 ਜਿਹੜਾ ਲੈਵਲ ਹੈ ਇਹ ਹੁੰਦਾ ਡਿਪਲੋਮਾ ਦੇ ਲਈ। ਜਿਵੇਂ ਆਪਾਂ ਮੰਨ ਲਓ ਕਿ ਜੇ ਆਪਾਂ ਇੰਡੀਆ 'ਚ ਪੜ੍ਹਦੇ ਪਏ ਹਾਂ ਤਾਂ ਫਸਟ ਈਅਰ ਔਰ ਸੈਕੰਡ ਈਅਰ ਮੰਨ ਲਓ ਆਪਾਂ। ਜਿਹੜਾ ਲੈਵਲ 7 ਹੈ ਇਹ ਡਿਗਰੀ ਦਾ ਲੈਵਲ ਹੈ। ਇਹਨੂੰ ਵੀ ਨਿਊਜ਼ੀਲੈਂਡ ਦੇ ਵਿੱਚ 2 ਸਬ ਫੋਲਡਰ ਦੇ ਵਿੱਚ ਵੰਡਿਆ ਗਿਆ ਹੈ। ਪਹਿਲਾ ਤਾਂ ਹੈ ਗ੍ਰੈਜੂਏਟ ਡਿਪਲੋਮਾ ਤੇ ਦੂਸਰਾ ਹੈ ਬੈਚਲਰ ਡਿਗਰੀ। ਹੁੰਦੀ 3 ਸਾਲ ਦੀ ਹੈ ਬਟ ਨਾਮ ਚੇਂਜ ਹੋ ਗਏ। ਉਸ ਤੋਂ ਬਾਅਦ ਜਿਹੜਾ ਲੈਵਲ ਇਹ ਹੋ ਗਿਆ ਲੈਵਲ 7। ਲੈਵਲ 8 ਹੈ ਉਹਨੂੰ ਕਹਿੰਦੇ ਨੇ PG ਕੋਰਸਿਸ, ਪੋਸਟ ਗ੍ਰੈਜੂਏਸ਼ਨ ਦੇ ਕੋਰਸਿਸ। ਔਰ ਲੈਵਲ 9 ਜਿਹੜਾ ਲੈਵਲ ਹੁੰਦਾ
ਉਹ ਹੁੰਦਾ ਮਾਸਟਰਸ ਦਾ, ਔਰ ਲੈਵਲ 10 ਜਿਹੜਾ ਹੈ ਉਹ ਹੁੰਦਾ ਡਾਕਟਰੇਟ ਦਾ। ਸੋ ਲੈਵਲ ਵਾਈਜ਼ ਹੋ ਗਿਆ। ਜਿਹੜੇ ਤਾਂ ਲੈਵਲ 7 ਤੱਕ ਜਾਂਦੇ ਨੇ, ਜਿਨ੍ਹਾਂ ਨੇ 3 ਇਅਰਸ ਦੀ ਡਿਗਰੀ ਕੀਤੀ ਹੈ, ਤਾਂ ਉਹਨਾਂ ਨੂੰ ਵਰਕ ਪਰਮਿਟ ਵੀ 3 ਇਅਰਸ ਦਾ ਮਿਲਣਾ ਹੈ। ਇਹ ਗੱਲ ਬਹੁਤ ਸਮਝਣ ਵਾਲੀ ਗੱਲ ਹੈ ਕਿ ਦੇਖੋ 8, 9, 10 ਮਤਲਬ ਤੁਸੀਂ ਜੇ ਉੱਥੇ ਡਿਗਰੀ ਕਰਨ ਜਾ ਰਹੇ ਹੋ, ਪੀਜੀ ਕੋਰਸ ਕਰਨ ਜਾ ਰਹੇ ਹੋ, ਜਾਂ ਮਾਸਟਰਸ ਕਰਨ ਜਾ ਰਹੇ ਹੋ, ਜਾਂ ਤੁਸੀਂ ਉੱਥੇ ਡਾਕਟਰੇਟ ਕਰਨ ਜਾ ਰਹੇ ਹੋ, ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਤਾਂ ਮਿਲਣਾ ਹੀ ਮਿਲਣਾ। ਹਾਂ, ਹੁਣ ਗੱਲ ਆ ਗਈ 5 ਔਰ 6 ਲੈਵਲ ਦੀ। ਇਹਦੇ ਵਿੱਚ ਇੱਕ ਇੰਪੋਰਟੈਂਟ ਗੱਲ ਸਮਝਣ ਵਾਲੀ ਹੈ। ਹੁਣ ਨਿਊਜ਼ੀਲੈਂਡ ਦੀ ਗਵਰਨਮੈਂਟ ਨੇ ਕੀ ਕੀਤਾ ਕਿ ਜੇ ਤਾਂ ਤੁਸੀਂ ਆਕਲੈਂਡ ਵਰਗੇ ਸ਼ਹਿਰਾਂ 'ਚ ਪੜ੍ਹਦੇ ਹੋ, ਤਾਂ ਜੇ ਤੁਸੀਂ 1 ਸਾਲ ਦੀ ਸਟੱਡੀ ਕਰੋਗੇ ਤੁਹਾਨੂੰ 1 ਸਾਲ ਦਾ ਵਰਕ ਮਿਲੇਗਾ। ਤੇ ਜੇ ਤੁਸੀਂ ਆਕਲੈਂਡ ਤੋਂ ਬਾਹਰ ਸਟੱਡੀ ਕਰਦੇ ਹੋ, ਮਤਲਬ ਰੋਟੋਰੂਆ ਹੈ ਜਾਂ ਵੈਲਿੰਗਟਨ ਦਾ ਏਰੀਆ ਹੈ, ਉਹਦੇ ਵਿੱਚ ਤੁਹਾਨੂੰ 1 ਸਾਲ ਦੀ ਪੜ੍ਹਾਈ ਦੇ ਨਾਲ 2 ਸਾਲ ਦਾ ਵਰਕ ਪਰਮਿਟ ਹੈ। ਮਤਲਬ 1 ਸਾਲ ਜ਼ਿਆਦਾ ਤੁਹਾਨੂੰ ਵਰਕ ਪਰਮਿਟ ਦੀ ਡਿਊਰੇਸ਼ਨ ਜਿਹੜੀ ਸਪੈਨ ਆ ਉਹ ਮਿਲੇਗੀ। ਕਾਰਨ ਇਹੀ ਹੈ ਕਿ ਰੀਜਨਲ ਏਰੀਆ ਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ। ਸੋ ਇਹ ਇੱਕ ਬਹੁਤ ਬੈਨੀਫੀਸ਼ੀਅਲ ਗੱਲ ਹੈ ਕਿ ਜੇ ਤੁਸੀਂ ਰੀਜਨਲ ਏਰੀਆ ਜਾ ਕੇ ਪੜ੍ਹਦੇ ਹੋ, ਇੱਕ ਤਾਂ ਕਾਸਟਿੰਗ ਘੱਟ ਜਾਂਦੀ ਹੈ, ਪੀਆਰ ਦੇ ਚਾਂਸ ਵੱਧ ਜਾਂਦੇ ਨੇ, ਫਿਰ ਵੀਜ਼ਾ ਦੇ ਚਾਂਸ ਵੱਧ ਜਾਂਦੇ ਨੇ, ਫਿਰ ਹੋਰ ਕਈ ਬੈਨੀਫਿਟਸ ਤੁਹਾਨੂੰ ਮਿਲ ਜਾਂਦੇ ਨੇ। ਸੋ ਮੈਂ ਗੱਲ ਕਰ ਰਿਹਾ ਸੀ ਕਿ 5 to 10 ਲੈਵਲ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਉੱਥੇ ਵਰਕ ਪਰਮਿਟ ਅਰਗੋ ਪੀਆਰ ਲੈ ਸਕਦੇ ਹੋ। ਤੁਹਾਨੂੰ ਜਿਹੜਾ ਵੀਜ਼ਾ ਹੈ, ਜੇ ਤੁਸੀਂ ਡਿਗਰੀ ਕਰਨ ਜਾ ਰਹੇ ਹੋ, ਤੁਹਾਨੂੰ ਮਿਨੀਮਮ ਵੀਜ਼ਾ 4 ਸਾਲ ਦਾ ਮਿਲਣਾ ਹੀ ਮਿਲਣਾ। 3 ਸਾਲ ਦਾ ਤੁਹਾਡਾ ਸਟੱਡੀ ਹੋ ਗਈ, ਉਸ ਤੋਂ ਬਾਅਦ ਜਿਹੜਾ ਤੁਹਾਡਾ ਵੀਜ਼ਾ ਹੈ ਉਹ ਅੱਗੋਂ 3 ਸਾਲ ਦਾ, ਮਤਲਬ 3 ਸਾਲ ਦੀ ਸਟੱਡੀ ਪਲੱਸ 3 ਸਾਲ ਦਾ ਵਰਕ ਪਰਮਿਟ। ਸੋ ਕੈਨ ਯੂ ਇਮੇਜਿਨ ਕਿ 6 ਸਾਲ ਦੇ ਵਿੱਚ ਤੁਹਾਡੇ ਕਿੰਨੇ ਚਾਂਸਿਸ ਵੱਧ ਜਾਂਦੇ ਨੇ ਕਿ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਪੱਕੇ ਹੋ ਸਕਦੇ ਹੋ। ਐਕਚੁਅਲੀ ਇੱਥੇ ਹੁੰਦਾ ਕੀ ਹੈ, ਜਿਹੜੇ ਆਪਾਂ ਗੱਲ ਕਰੀਏ ਨੇਚਰ ਆਫ ਕਾਲਜਿਸ ਦੀ, ਇੱਥੇ ਜਿਵੇਂ ਤੁਹਾਨੂੰ ਦੱਸਿਆ ਕਿ 3 ਸਾਲ ਦੀ ਯੂਜੀ ਹੈ, 2 ਸਾਲ ਦੀ ਪੀਜੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਯੂਨੀਵਰਸਿਟੀਜ਼ ਨੇ, ਗਵਰਨਮੈਂਟ ਯੂਨੀਵਰਸਿਟੀਜ਼ ਨੇ, ਉਹ 8 ਨੇ, 8 ਯੂਨੀਵਰਸਿਟੀਜ਼ ਨੇ, ਗਿਣਤੀ ਦੀ 8 ਯੂਨੀਵਰਸਿਟੀਜ਼ ਨੇ। ਜੇ ਮੈਂ ਟੇਫ ਦੀ ਗੱਲ ਕਰਾਂ, ਜਿਹਨੂੰ ਆਪਾਂ ਟੈਕਨੀਕਲ ਐਂਡ ਫਰਦਰ ਐਜੂਕੇਸ਼ਨ ਕਹਿੰਦੇ, ਜਿਹਨੂੰ ਪੋਲੀਟੈਕਨਿਕ ਕਹਿੰਦੇ ਆ, ਮੈਂ ਆਸਟ੍ਰੇਲੀਆ ਦੇ ਲਈ ਵੀ ਗੱਲ ਕੀਤੀ ਸੀ, ਉਹ 18 ਪੋਲੀਟੈਕਨਿਕ ਕਾਲਜ ਨੇ। ਔਰ ਜੇ ਆਪਾਂ ਗੱਲ ਕਰੀਏ ਪ੍ਰਾਈਵੇਟ ਕਾਲਜਿਸ, ਤਾਂ ਅਪਰੋਕਸੀਮੇਟਲੀ 300 ਦੇ ਕਰੀਬ ਪ੍ਰਾਈਵੇਟ ਕਾਲਜਿਸ ਨੇ। ਸੋ ਕਹਿਣ ਦਾ ਮਕਸਦ ਇਹ ਹੋਇਆ ਕਿ ਜੇ ਤੁਸੀਂ ਇੱਥੇ ਸਟੱਡੀ ਕਰਦੇ ਹੋ ਗਵਰਨਮੈਂਟ ਕਾਲਜਿਸ ਦੇ ਵਿੱਚ, ਤਾਂ ਫੀਸਾਂ ਵੀ ਨੋਮੀਨਲ ਨੇ। ਹੁਣ ਫੀਸਾਂ ਦੇ ਵਿੱਚ ਕੀ ਹੁੰਦਾ ਕਿ ਲੈਟਸ ਸਪੋਜ਼ ਤੁਸੀਂ ਅੱਜ ਨਿਊਜ਼ੀਲੈਂਡ ਸਟੱਡੀ ਕਰਨ ਜਾਣਾ, ਔਨ ਐਨ ਐਵਰੇਜ ਆਪਾਂ ਗੱਲ ਕਰਦੇ ਹਾਂ ਕਿ 8 ਤੋਂ 10 ਲੱਖ ਫੀਸ ਹੁੰਦੀ ਹੈ। 10 ਲੱਖ ਫੀਸ ਹੋ ਗਈ, 10 ਲੱਖ ਤੁਹਾਨੂੰ ਅਗਲੇ ਸਾਲ ਦੀ ਵੀ ਸ਼ੋ ਕਰਨੀ ਪੈਣੀ ਹੈ, ਤਾਂ 20 ਲੱਖ ਹੋ ਗਈ। ਜਿਵੇਂ ਆਪਾਂ ਕੈਨੇਡਾ ਵਿੱਚ GIC ਹੁੰਦਾ, ਗਰੰਟਿਡ ਇਨਵੈਸਟਮੈਂਟ ਸਰਟੀਫਿਕੇਟ, ਨਿਊਜ਼ੀਲੈਂਡ ਦੇ ਵਿੱਚ FTs ਹੁੰਦਾ, ਫੰਡ ਟ੍ਰਾਂਸਫਰ ਸਕੀਮ। ਇਹਦੇ ਵਿੱਚ ਤੁਹਾਨੂੰ 15,000 ਨਿਊਜ਼ੀਲੈਂਡ ਡਾਲਰ ਜਿਹੜੇ ਉਹ ਨਾਲ ਐਡੀਸ਼ਨ ਕਰਨੇ ਪੈਂਦੇ ਨੇ। ਅਪਰੋਕਸੀਮੇਟਲੀ ਜੇ ਅੱਜ ਮੈਂ ਗੱਲ ਕਰਾਂ ਕਿ 52 ਡਾਲਰਸ ਦਾ ਨਿਊਜ਼ੀਲੈਂਡ ਡਾਲਰ ਹੈ, ਤਾਂ ਅਪਰੋਕਸੀਮੇਟਲੀ ਆਪਾਂ ਗੱਲ ਕਰੀ 7.5-8 ਲੱਖ ਰੁਪਈਆ ਤੁਹਾਨੂੰ ਨਾਲ ਐਡ ਕਰਨਾ ਪੈਂਦਾ। ਸੋ ਕਿੰਨਾ ਹੋ ਗਿਆ? 10 ਲੱਖ ਪਲੱਸ 10 ਲੱਖ ਪਲੱਸ 8 ਲੱਖ, ਤੋਂ 27-28 ਲੱਖ ਦੇ ਵਿੱਚ ਤੁਹਾਨੂੰ ਇਹ ਮਨੀ ਸ਼ੋ ਕਰਨੀ ਪੈਂਦੀ ਹੈ। ਪਰ ਜਿਹੜਾ ਤੁਹਾਡਾ ਪੈਸਾ ਹੈ ਉਹ 6 ਮੰਥਸ ਓਲਡ ਹੋਣਾ ਚਾਹੀਦਾ। ਹੁਣ ਦੇਖੋ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਸਰ 6 ਮੰਥਸ ਓਲਡ ਫੰਡ ਕਿਵੇਂ ਕਰਾਂਗੇ, ਪੈਸਾ ਬਹੁਤ ਜ਼ਿਆਦਾ ਹੈ। ਬਟ ਨਿਊਜ਼ੀਲੈਂਡ ਦੀ ਸਰਕਾਰ ਉਹ ਹੀ ਕਹਿੰਦੀ ਕਿ ਤੁਸੀਂ ਇੱਥੇ ਪੜ੍ਹਨ ਆਓ, ਪਹਿਲਾਂ ਪੜ੍ਹ ਕੇ ਆਪਣਾ ਭਵਿੱਖ ਤਿਆਰ ਕਰੋ, ਆਪਣਾ ਫਿਊਚਰ, ਇੱਕ ਬ੍ਰਾਈਟ ਫਿਊਚਰ ਤਿਆਰ ਕਰੋ। ਕਿਉਂਕਿ ਆਮ ਤੌਰ ਤੇ ਹੁੰਦਾ ਕੀ ਹੈ ਕਿ ਜਾ ਕੇ ਉੱਥੇ ਕੰਮ ਹੀ ਕਰ ਲੈਣਾ ਜੀ। ਤਾਂ ਸਰਕਾਰ ਇਹ ਕਹਿੰਦੀ ਕਿ ਤੁਹਾਡੇ ਕੋਲ ਇੱਕ ਸਫੀਸ਼ੀਐਂਟ ਅਮਾਊਂਟ ਹੋਣੀ ਚਾਹੀਦੀ ਹੈ ਪੜ੍ਹਨ ਦੇ ਲਈ ਵੀ, ਅੱਗੋਂ ਆਪਣਾ ਗੁਜ਼ਾਰਾ ਕਰਨ ਦੇ ਲਈ ਵੀ। ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ। ਸੋ ਮੈਂ ਗੱਲ ਦੱਸ ਰਿਹਾ ਸੀ ਕਿ ਵੀ 1 ਸਾਲ ਦਾ ਜੇ ਤੁਸੀਂ ਕੋਰਸ ਕਰੋਗੇ ਤਾਂ 1 ਸਾਲ ਦਾ ਵਰਕ ਪਰਮਿਟ ਹੈ। ਜੇ ਤੁਸੀਂ ਡਿਗਰੀ ਕਰਨ ਜਾਂਦੇ ਹੋ, ਸਪੈਸ਼ਲੀ ਡਿਗਰੀ ਕਰਨ ਜਾਂਦੇ ਹੋ ਲੈਵਲ 7 ਦੀ, ਤਾਂ ਤੁਹਾਨੂੰ 3 ਸਾਲ ਦੇ ਨਾਲ ਅੱਗੋਂ 3 ਸਾਲ ਦਾ ਵਰਕ ਪਰਮਿਟ ਹੈ। ਹਾਂ, ਜੋ 8 ਲੈਵਲ, 9 ਲੈਵਲ, 10 ਲੈਵਲ ਦਾ ਤੁਹਾਨੂੰ 3 ਸਾਲ ਦਾ ਹੀ ਵਰਕ ਪਰਮਿਟ ਮਿਲੇਗਾ। ਕਿਉਂਕਿ ਅੱਛਾ ਹੁਣ ਮਾਸਟਰਸ ਦੀ ਡਿਊਰੇਸ਼ਨ 2 ਸਾਲ ਹੈ, ਬਟ ਮਿਲਣਾ ਤੁਹਾਨੂੰ ਵਰਕ ਪਰਮਿਟ 3 ਸਾਲ ਦਾ, ਟੋਟਲ 5 ਸਾਲ ਹੋ ਗਏ। ਤਾਂ ਇਸ ਗੱਲ ਨੂੰ ਵੀ ਤੁਸੀਂ ਧਿਆਨ ਰੱਖਣਾ ਹੈ। ਨਾਲ ਤੁਹਾਡੇ ਸਪਾਊਸ ਜਾ ਸਕਦੇ ਨੇ, ਤੁਹਾਡੇ ਬੱਚੇ ਜਾ ਸਕਦੇ ਨੇ। ਤੁਸੀਂ 20 ਘੰਟੇ 20 ਆਵਰਸ ਪਰ ਵੀਕ ਜਾਂ 40 ਆਵਰਸ ਅ ਫੋਰਟਨਾਈਟ ਤੁਸੀਂ ਕੰਮ ਕਰ ਸਕਦੇ ਹੋ। ਫੋਰਟਨਾਈਟ ਵਰਡ ਤਾਂ ਯੂਜ਼ ਕਰਦੇ ਆ ਕਿ ਜੇ ਲੈਟਸ ਸਪੋਜ਼ ਤੁਹਾਡੇ ਕੋਲ ਪਹਿਲੇ 20 ਘੰਟੇ ਤੁਸੀਂ ਨਹੀਂ ਜੌਬ ਕਰ ਸਕੇ, ਤਾਂ ਉਹ ਕੈਰੀ ਫਾਰਵਰਡ ਹੁੰਦੇ ਨੇ। ਉਹ ਤੁਹਾਨੂੰ ਅੱਗੋਂ ਜਿਹੜੀ ਮਤਲਬ 15 ਡੇਜ਼ ਦੇ ਵਿੱਚ ਤੁਹਾਡੇ ਜਿਹੜੇ 40 ਆਵਰਸ ਨੇ ਉਹ ਐਡਜਸਟ ਹੋ ਜਾਂਦੇ ਨੇ। ਇਹ ਨਹੀਂ ਹੋਇਆ ਕਿ ਜੇ ਤੁਸੀਂ ਪਹਿਲੇ ਹਫਤਾ ਕੰਮ ਨਹੀਂ ਕੀਤਾ ਤੇ ਅਗਲੇ ਹਫਤੇ ਸਿਰਫ 20 ਘੰਟੇ ਕਰੋਗੇ, ਉਹ ਨਾਲ ਐਡੀਸ਼ਨ ਹੋ ਜਾਏਗੀ ਨਾਲ। ਸੋ ਇੱਕ ਤੁਹਾਨੂੰ ਬਹੁਤ ਬੈਨੀਫਿਟ ਮਿਲ ਜਾਂਦਾ ਹੈ। ਹਾਂ, ਵੋਕੇਸ਼ਨ ਦੇ ਵਿੱਚ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ, ਪਰ ਸਭ ਤੋਂ ਵੱਡੀ ਪ੍ਰੋਬਲਮ ਇੱਥੇ ਇੱਕ ਇਹ ਹੈ ਕਿ ਤੁਸੀਂ ਜੈਨੂਨ ਹੋਣੇ ਚਾਹੀਦੇ ਹੋ। ਤੁਹਾਡੀ ਇੰਟਰਵਿਊ ਹੋਣੀ ਹੈ। ਹੁਣ ਇਹਦੇ ਵਿੱਚ ਤੁਸੀਂ ਪੈਸਾ ਤਾਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ। ਇੱਥੇ ਇੱਕ AIP ਮਿਲਦੀ ਹੈ, ਇਨ ਪ੍ਰਿੰਸੀਪਲ ਅਪਰੂਵਲ। ਤੁਸੀਂ ਜਦੋਂ ਸਾਰਾ ਪ੍ਰੋਸੈਸ ਕਰ ਲੈਂਦੇ ਹੋ, ਤਾਂ ਤੁਸੀਂ ਜਿਹੜੀ ਫੀਸ ਹੈ ਇਹ ਵੀਜ਼ਾ ਲੱਗਣ ਤੋਂ ਬਾਅਦ ਜਮ੍ਹਾਂ ਕਰਾਉਣੀ ਹੈ। ਦੇਖੋ ਹੁਣ ਵੀਜ਼ਾ ਲੱਗਣ ਤੋਂ ਬਾਅਦ ਜਿਹੜੀ ਫੀਸ ਹੈ, ਹੁਣ ਨਿਊਜ਼ੀਲੈਂਡ ਦਾ ਵੀਜ਼ਾ ਲੱਗਣ ਤੋਂ ਬਾਅਦ ਹੀ ਫੀਸ ਲੈਂਦਾ, USA ਵੀ ਵੀਜ਼ਾ ਲੱਗਣ ਤੋਂ ਬਾਅਦ ਫੀਸ ਲੈਂਦਾ।
ਸਾਈਪਰਸ ਵੀ ਵੀਜ਼ਾ ਲੱਗਣ ਤੋਂ ਬਾਅਦ ਫੀਸ ਲੈਂਦਾ ਹੈ, ਸਿੰਗਾपुर भी वीज़ा लगने तो बाद फीस लेता है। तो आम तौर पर बहुत बड़े बड़े हॉर्डिंग्स लिखे होंगे कि ट्यूशन फीस वीज़ा लगने के बाद, वो तो गवर्नमेंट ही लै रही है, वो जो एजुकेशन प्रोवाइडर ने वही फीस बाद लै रहे हैं। तो जे अपनी अवेयरनेस नहीं होंगी तो आप कहने कि हाँ भी कंसलटेंट बड़ा वधिया जी, अपने कोलों पैसा ला रहे हैं तो लाख 2 लाख रुपये फालतू कहता दे दिओ, कोई गल नहीं जी, 7-10 लाख रुपये 15 लाख रुपये अपने कोलों ला रहे हैं। कोई कंसलटेंट अपने कोलों फीस नहीं लाता। तो जिहड़ा फी आफ्टर वीज़ा का जिहड़ा सिस्टम है, ये तुहानूं अज बड़ी चंगी तरह समझना पेगा कि जिन्ने भी कैनेडा के प्राइवेट कॉलेजेस ने वो तो लैंदी बाद फीस है, तो तुहानूं पहला देने की लोड़ है। US की गल करा, इंटरव्यू तो बाद फीस लैनी है, तो पहला फीस जानी नहीं, कानूनन तौर पर नहीं जानी, जिन्ना मर्जी जोर ला लो तुसीं। न्यूजीलैंड की फीस भी बाद जानी है, थोड़ी पहला इंटरव्यू होनी है, थोड़ी वेरीफिकेशन होनी है फंड्स की, थोड़े डॉक्यूमेंट चैक होने ने, तां ही AIP मिलेगी तुहानूं, तो जे इन प्रिंसिपल अप्रूवल मिलती है तां ही तुसीं वीज़ा फीस जमा करानी है। तो कहने का मकसद ये कि ये जो सिस्टम है, हुण आस्ट्रेलिया में भी जो प्राइवेट कॉलेजेस ने वो बाद फीस लै लेंदे ने। 99% नहीं बल्कि 100% जो कंसलटेंट ने वो प्राइवेट कॉलेजेस के एडमिशन जी कराते हैं वो फीस बाद चो ही देंगे ने। तो आपको लगता कि शायद साढ़े पता नहीं किन्ने प्यारे ने, क्या साढ़े किन्ने सगे संबंधी ने कि भी साढ़े को पैसा अपनी जेब च पा रहे हैं कि बाद साढ़े को पैसा लै रहे हैं। तो आपको अवेयर एक वीडियो जी अवेयरनेस के लिए भी है, चाहे स्टूडेंट हो चाहे इमिग्रेंट कंसलटेंट हो। ये वीडियोज़ का मकसद यही है कि पहला आप ठग्गा तो बचीए, ਜਿਹੜੇ ऑथराइज कंसलटेंट ने, ਜਿਹੜੇ नॉलेजफुल कंसलटेंट ने, उन्होंने को जाइए आप, जिन्हों का एक अड्डा है, उन्होंने एक खास जगह है, ਜਿਹੜੇ 2-4 साल 5 साल तो बैठे हुए हैं। ये नहीं कि भी 2-4-5 लाख इकट्ठा किया, शटर लाया, अगले शहर के हुलिया चेंज किया, फिर अगले शहर के। कोशिश करो कि वो सोशल लैवल हो, वो घर तक जाओ कि वो कंसलटेंट जोड़ा है प्रोफैशनल हो। पहली बात है कि तुम फीसा तो देनी नहीं, फीसा अपने अकाउंट से जमा कराओ, अंबैसी फीस भी अपने क्रेडिट कार्ड से जमा कराओ, कंसलटेंट को सर्विस चार्ज दिओ, वो भी पुछ के कंपीटिटिव सर्विस चार्जिज ने, कोई लखा के कोई सर्विस चार्ज नहीं लगता। सो कहने का मतलब यह है कि जिहड़े मैं 2-4-5 मिनट लगाए ने, इसका मकसद यही होंगे कि जिहड़ियां फीसा वीज़ा लगन तो बाद जमा कराने ने तो होंदी ही बाद चो है। ਉਹਦੇ ਵਿੱਚ ਕਿ ਕੰਸਲਟੈਂਟ ਕਹਿੰਦਾ ਕਿ मैं तो वीज़ा लगने के बाद फीस लूँगा जी, तो वो तो है ही बाद चो। सो इस तो ਆਪਾਂ ਨੂੰ ਵਿਚਾਰ ਕਰਨਾ ਪੈਂਦਾ। तो ਹੁਣ ਤੁਹਾਡੀ ਫਾਈਲ ਲੱਗ ਗਈ, ਫॉर एग्जांपल ਤੁਸੀਂ ਆਪਣੇ ਮਾਰਕਸ ਦੇਖ ਲਏ कि अप्रॉक्सीमेटली 60% मार्क्स होण, जे तुसीं ग्रेजुएशन किया होया अगों मास्टर्स कोर्स करन जा रहे हो 55% मार्क्स होण। आया सन दसते कि 6 बैंड ईच होण ज़्यादा वधिया, एक चो 5.5 आ गए, कोई गल नहीं। उस तो बाद जिहड़ी अंबैसी फीस है वो $330 है, वो भी तुसीं नोट कर लैनी है। मैं अंबैसी फीस भी दसती, नाल टोटल फीस भी दसती। हाँ, ये एक सब तो वड्डी गल है कि जे तुहाडी कोई रिफ्यूजल आती है तो उन्होंने डिस्कलोज करो किसी भी कंट्री की, चाहे क्योंकि बॉर्डर शेयरिंग होती है, आस्ट्रेलिया की रिफ्यूजल आई है तो न्यूजीलैंड को जरूर दसो। किते भी रिफ्यूजल आए तो तुहानूं रिफ्यूजल्स नूं है वो दसना चाहिए है। प्रोसैस खैर 4-5 महीने का हो गया होया, अगे पहला थोड़ा जल्दी हो जाता सी, हुण प्रोसैस दी टाइमिंग्स भी ज़्यादा वध गए ने, एंड इंटरव्यू भी तुहानूं पता कि हुण शुरू हो गया है। और कोशिश ये करो कि फेक सर्टिफिकेट ना लगाओ। ये हाथ जोड़ के बेनती होंदी है कि जिहड़े फेक मैरिजेस लगाते हैं या आइल्स से फेक सर्टिफिकेट्स लाते हैं, या कोई +2 के मान लो कि गैप हो गया 2016 के विच, मान लो किसी ने +2 की है और फिलहाल 2021 तक कुछ नहीं किया, तो कोशिश करते हैं कि 17, 18, 19 के कोई डिग्री ना लगाते हैं। बहुत ही गलत प्रैक्टिस है। उस तो बाद करते कि 2019 आ गया, फिर 2 साल का कंप्यूटर का कोर्स लाता, एक जेन्युइन प्रैक्टिस करते हैं। तो बच के रहो। जे सपोज 2016 तो बाद नहीं पढ़ सके तो कोई गल नहीं, मकसद दसो अपने SOP ਦੇ ਵਿੱਚ स्टेटमेंट परपज़ ਦੇ ਵਿੱਚ कि मैं 2016 +2 की सी, अज मैं 4 साल बाद जा गया वा, तो मैं की सोच के पढ़ना चाहना वा। क्या थोड़े को सफिशिएंट फंड ने, क्या थोड़े आइल्स के विचों बैंड ने, क्या तुसी +2 के विचों अच्छे मार्क्स ले, 70% मार्क्स ही, तो थोड़ा क्यों ना वीज़ा देगी सरकार। पर जो असी कंसलटेंट के बहकावे आने कि फेक सर्टिफिकेट लगाने, तो ये बहुत गलत वो अंजाम अगों मिलते हैं। सो मैं वही गल दोबारा ते आ रहा कि अपना जिहड़ा गैप है वो जस्टिफाइड शो करो। +2 तो बाद कोई भी जिहड़ी अच्छी कंट्री है, जे मैं गल करा कैनेडा दी और न्यूजीलैंड दी, ये कोई ज़्यादा गैप नहीं लेंदे। हद 2 साल 3 साल का गैप बहुत वड्डी गल है। ग्रैजुएशन तो बाद तुहाडा गैप 20 साल का हो गया, कोई फर्क नहीं पैंदा, क्योंकि तुसीं ग्रैजुएशन तो बाद जॉब की, पर जॉब के पूरे प्रूफ चाहिए ने। थोड़े ऑफर लैटर्स तक जिहड़ियां जॉब की, तुसीं अपॉइंटमेंट लैटर होगी, कोई रिजाइन पाया, रेजिग्नेशन लैटर्स होगी, कोई उत्थे NOC लई है तुहाडी उत्थे, और प्लस सैलरी स्लिप्स ने, दुनिया भर के सारे डॉक्यूमेंट तुहानूं डे 1 तो टिल डेट तक लगाने पैंदे ने, और वीज़ास मिल जाते हैं।
8-10 ਸਾਲ ਦਾ ਵੀਜ਼ਾ ਗੈਪ ਤਾਂ ਈਜ਼ੀਲੀ ਕਵਰ ਹੁੰਦਾ ਪੂਰੇ ਆਲ ਓਵਰ ਵਰਲਡ, ਚਾਹੇ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, US, UK, ਜਿਹੜੀ ਮਰਜ਼ੀ ਕੰਟਰੀ ਹੋਵੇ। +2 ਤੋਂ ਬਾਅਦ ਧਿਆਨ ਰੱਖਣਾ ਪੈਂਦਾ ਕਿ ਆਸਟ੍ਰੇਲੀਆ ਤਾਂ +2 ਤੋਂ ਬਾਅਦ ਗੈਪ ਲੈਂਦੇ ਨਹੀਂ, ਨਿਊਜ਼ੀਲੈਂਡ ਵੀ 2 ਸਾਲ 3 ਸਾਲ ਦਾ, कनाडा भी 2-3 साल का। हुण कंसल्टेंट रौला पाते हैं, देखो जी 5 साल का गैप था, 2015 में स्टूडेंट ने +2 की थी तो हमने 2020 में वीज़ा लगवा दिया, तो एक लग गया क्यों क्योंकि कनेक्शंस वधिया सी या आइल्स के बैंड वधिया होणगे। एक फैक्टर नहीं होता, कई फैक्टर होंगे ने। अच्छा, रिस्पोंसिबिलिटी लै लैंदा माई कोई कंसल्टेंट कि भी असी वीज़ा लवाया, माई वीज़ा होवे चाहे कोई होवे, वीज़ा तुहाडी प्रोफाइल के बेस ते लगना। कंसल्टेंट नहीं वीज़ा लवांदे, वीज़ा तुहाडा प्रोफाइल लगांदा। अच्छा, जे वीज़ा कोई कंसल्टेंट लवावे तो फिर रिफ्यूज़ क्यों करावे फिर, तो थोड़ी प्रोफाइल ही बोलती है। हाँ, प्रोफाइल नूं तरीके नाल किवें आपां अंबैसी अगे पेश करना, ये हर एक कंसल्टेंट की अलग अलग खूबी होंदी है। तो एक्सपीरियंस कंसल्टेंट को जाओ ताकि जो डॉक्यूमेंट थोड़े किसी भी अंबैसी नूं चाहिए होंदे ने वो सीरियल वाइज देवे, जो जो रिक्वायर्ड डॉक्यूमेंट है वो देवे। सो उहदे नाल थोड़े वीज़ाज के चांस वध जांदे ने। मैक्सिमम गल्लां हो रही ने। हाँ, तुसी लोन भी लै सकते हो। एक गल मैं तुहानूं दसना भुल गया कि तुसी जो ऑफर लेटर आंदा तुसी 80% तक लोन लै सकते हो। वो जिहड़ी फंड जिहड़ी शो करन दी गल कर रहे हैं वो तुहाडे पेरेंट्स शो कर सकते हैं, तुहाडे ग्रैंड पेरेंट्स। जे तुसी फीमेल हो तो तुहाडे फादर इन लॉ और मदर इन लॉ भी ये शो कर सकते हैं। बाकी तुसी अपना कोई PF फंड है, PPF फंड ने, ये अपने शो कर सकते हो। सो गैप की गल होगी, 20 आवर्स पर वीक की गल होगी, एंड ट्यूशनस फीस की गल होगी। PR थानूं मैं गल दस चुका कि जे तुसी उत्थे स्टे करते हो, जैनुअन तरीके नाल स्टे करते हो, तो तुसी उत्थे PR भी लै सकते हो। हुण आपां ने डॉक्यूमेंट्स से पहला 10th का सर्टिफिकेट हो गया, 12th का सर्टिफिकेट हो गया, पासपोर्ट की कापी होगी, TR जिहड़ी तुहाडी IELTS स्कोरिंग है वो होगी, प्लस तुहाडा लैटर ऑफ रिकमेंडेशनस हो गया, प्लस बैकलॉग शो करो, एंड उस तो बाद तुहाडी SOP होगी, ये सारे। अच्छा, नाल PCC पुलिस क्लीयरेंस सर्टिफिकेट होगी, हैल्थ कवर ना लगाओ। ये 10-12 डॉक्यूमेंट जिहड़े हैगे सीरियल वाइज जिहड़े ने ये तुहाडे होने चाहिए, वो सारे नोटराइज होने चाहिए ने। तुसी ये डॉक्यूमेंट अच्छा जो अपना लोन का जिहड़ा अमाउंट है लोन लिया, या तुसी अगों कोई तुहाडे बैंकिंग डिटेल्स है वो नाल अटैच करनी है, ITR तुहाडे पेरेंट्स की वो नाल लगदी है, तो वो सारे फंड जिहड़े ने वो अंबैसी चैक करती है। तुहाडी इंटरव्यू होंदी है, जे तुसी स्पाउस वीज़े जा रहे हो तो तुहाडी 100% इंटरव्यू होनी है, ये मन के चलो। सी बहुत रेयर केस हो गया कि जिहदे इंटरव्यू नहीं होनी, क्योंकि तुहानूं पता कि जिहड़े पंजाब या हरियाणा हिमाचल ने इत्थे पिछले कुछ सालों तो कुछ ज़्यादा वधिया प्रैक्टिस नहीं हो रही, फेक मैरिजेस हो रही ने, कॉन्ट्रैक्ट ते मैरिजेस होंदियां ने। वो फिर वीज़ा अफसर नूं पता हुंदा है कि भी किस लैवल ते जिहड़ी फाइल आई है वो मतलब इंक्वायरी कर लैंदे ने या फोन ते तुहाडे नाल पुछ लैंदे ने। सो डॉक्यूमेंट सारे हो गए। उस बाद तुसी अपने $330 भरो, और तुसी ऑनलाइन भी फीस फॉर्म जमा करा सकते हो, ऑफलाइन भी हो सकते हैं। पहला स्टैंप लई तुहाडा पासपोर्ट जाता सी, हुण पेपर वीज़ा भी शुरू करता गया। सो जिहड़ा प्रोसैसिंग टाइम है ये अप्रॉक्सीमेटली फिलहाल की डेट के 3 ਤੋਂ 4 महीने हो गया है। अदरवाइज पहला 20-25 दिनों वीज़ा आईदा सी। इंटेक जी हैगी है, जिमें कैनेडा की इंटेक जनवरी, मई और सितंबर है, इन्हों की 1-1 महीने हैगी है। फरवरी हो गया, एंड जून हो गया, और अक्टूबर हो गया। सो इंटेक्स मैं तुहानूं दस दी मैक्सीमम कवरेज हो चुकी है। ਜਿਹੜੇ आइल्स ਦੇ स्टूडेंट्स ने वो सॉरी आइल्स और ਜਿਹੜੇ इमीग्रेशन के ਜਿਹੜੇ कंसल्टेंट्स ने वो ਸਾਡੇ ਨਾਲ जुड़ के काम कर सकते हैं। फी आफ्टर वीज़ा की मैं तुहानूं गल सारी दसदी है कि किवें किवें आपां फ्रॉड तो या ਜਿਹੜੇ कंसल्टेंट ਜਿਹੜੇ कि भरमाते हैं कि फीस असीं लैनी बाद चों है, तो वो भी तुसीं देख लेना कि फीसां क्या सरकारी कॉलेज दियां बाद चों लई जा रही कि पहलां लई जा रही, FTS कौन पे करेगा, ये सारा तुसीं समझ के अगे चलना है। सो अप्रॉक्सीमेटली हर चीज़ नूं कवर करन दी कोशिश की गई है, और कोशिश करो कि तुसी यूनिवर्सिटी च एडमिशन लवो। 8 गौरमेंट फंडेड यूनिवर्सिटीज़ ने, उत्थे तुसी स्टडी करो, और तुहानूं उत्थे वर्क परमिट मिलेगा। तुहानूं अगों PR के चांसिस भी अगों तुहाडे ब्राइट होंदे ने जे तुहाडे ते कोई क्रिमिनल रिकॉर्ड्स ना होवे, जे तुसी न्यूजीलैंड की सरकार के मुताबिक काम करते हो तो तुहानूं चांसिस पूरे मिल जाते हैं। देखो मैनूं कई फोन आते हैं कि सर तुसी वर्क परमिट डील करते ही नहीं करते। हुण देखो सब तो वड्डी गल है कि भी जिहड़ी पंजाब सरकार है, जिहड़ा ह्यूमन प्रिवेंशन जिहड़ा समगलिंग एक्ट 2013 का पंजाब सरकार ने सानूं लाइसेंस दिता होया, ਉਹਦੇ ਵਿੱਚ कोई भी कंसल्टेंट ਜਿਹੜਾ पंजाब 'ਚ ਰਹਿੰਦਾ है वो वर्क परमिट नहीं कर सकता।
ਹੁਣ ਵਰਕ ਪਰਮਿਟ ਕੌਣ ਕਰ ਸਕਦਾ ਹੈ, ਇਹ ਵੀ ਧਿਆਨ ਨਾਲ ਸੁਣਨ ਦੀ ਗੱਲ ਹੈ। ਵਰਕ ਪਰਮਿਟ ਜਿਹੜਾ ਹੈ ਉਹ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਤੋਂ ਜਿਹੜੇ ਮਨਜ਼ੂਰਸ਼ੁਦਾ ਜਿਹੜੇ ਕੰਸਲਟੈਂਟ ਨੇ, ਜਿਹੜੇ ਅਪਰੂਵਡ ਕੰਸਲਟੈਂਟ ਨੇ, ਉਹ ਕਰ ਸਕਦੇ ਨੇ। ਸੋ ਉਹਨਾਂ ਦੀ ਵੈਬਸਾਈਟ ਹੈ, ਜਿਵੇਂ emigrate.gov.in ਤੇ ਤੁਸੀਂ ਜਾ ਕੇ ਉਹਨਾਂ ਦੀ ਲਿਸਟ ਦੇ ਸਕਦੇ ਹੋ। ਜਿਵੇਂ ਲੁਧਿਆਣਾ ਦੀ ਜਿਹੜੀ ਵੈਬਸਾਈਟ ਹੈ ਉਹ ਵੀ ਅਲੱਗ-ਅਲੱਗ ਜ਼ਿਲ੍ਹੇ ਦੀ ਅਲੱਗ-ਅਲੱਗ ਵੈਬਸਾਈਟ ਹੈ। ਤੁਸੀਂ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ ਜਾਂ ਟਿਕਟਿੰਗ ਹੈ ਜਾਂ ਤੁਸੀਂ ਆਇਲਸ ਹੈ, ਇਹ ਵੀ ludhiana.nic ਤੇ ਜਾ ਕੇ ਤੁਸੀਂ ਜਿਹੜੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ। ਸੋ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੋਂ ਜਿਹੜਾ ਬੰਦਾ ਅਪਰੂਵਡ ਹੈ ਉਹ ਹੀ ਵਰਕ ਪਰਮਿਟ ਦਿਲਵਾ ਸਕਦਾ ਹੈ। ਬਟ ਉਹ ਵੀ ਸਿਰਫ 17 ਕੰਟਰੀਆਂ ਨੇ, ਗਲਫ ਕੰਟਰੀਜ਼ ਨੇ, ਓਮਾਨ ਹੋ ਗਿਆ, ਰਿਆਦ ਹੋ ਗਿਆ, ਦੁਬਈ ਹੋ ਗਿਆ, ਇਹੋ ਜਿਹੀ ਜਿਹੜੀ ਕੰਟਰੀਜ਼ ਨੇ, ਗਲਫ ਕੰਟਰੀਜ਼ ਨੇ, ਇਹਨਾਂ ਵਿੱਚ ਹੀ ਤੁਹਾਨੂੰ ਵਰਕ ਪਰਮਿਟ ਜਿਹੜਾ ਉਹ ਦਿਲਵਾ ਸਕਦੇ ਨੇ। ਤੇ ਜੇ ਤੁਸੀਂ ਗੱਲ ਕਰਦੇ ਹੋ ਕਿ ਸਾਨੂੰ ਕੈਨੇਡਾ ਦਾ ਵਰਕ ਪਰਮਿਟ ਮਿਲ ਜਾਵੇ, ਇੰਨਾ ਆਸਾਨ ਨਹੀਂ ਹੁੰਦਾ ਕੈਨੇਡਾ ਵਰਕ ਪਰਮਿਟ। LMIA ਇਸ਼ੂ ਕਰਵਾਉਣੀ ਪੈਂਦੀ ਹੈ, ਜਿਸ 'ਚ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਹੈ। ਇਹ 90% ਉਹਨਾਂ ਨੂੰ ਹੀ ਮਿਲਦੀ ਜਿਹੜੇ ਕਿ ਔਨਸ਼ੋਰ ਕੈਨੇਡਾ ਪਹੁੰਚੇ ਹੁੰਦੇ ਨੇ ਵਿਜ਼ਟਰ ਵੀਜ਼ਾ ਤੇ ਜਾਂ ਕਿਸੇ ਹੋਰ ਵੀਜ਼ਾ ਤੇ। ਉੱਥੇ LMI ਨਿਕਾਲਣੀ ਆਸਾਨ ਹੈ, ਪਰ ਜੇ ਤੁਸੀਂ ਇਹ ਸੋਚੋ ਕਿ ਇੰਡੀਆ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਨੇ ਉਹ ਕਿ ਸਾਨੂੰ ਵਿਜ਼ਟਰ ਵੀਜ਼ਾ ਦੇ ਨਾਲ LMI ਮਿਲ ਜਾਵੇ ਜਾਂ ਇੱਥੋਂ ਡਾਇਰੈਕਟ LMI ਮਿਲ ਜਾਵੇ, ਮਿਲ ਜਾਂਦੀ ਹੈ, ਬਟ ਬਹੁਤ ਰੇਅਰ ਚਾਂਸ ਹੁੰਦੇ ਨੇ। ਇਸ ਲਈ ਬਹੁਤ ਦੇਖ ਕੇ, ਔਰ ਇਹਦੀ ਹਿਊਜ ਅਮਾਊਂਟ ਇਹ ਨਾਲ ਜੁੜੀ ਹੁੰਦੀ ਹੈ। ਔਰ ਜਿਹੜੇ ਕੈਨੇਡਾ ਦੇ PR ਨੇ, ਪਰਮਨੈਂਟ ਰੈਜ਼ੀਡੈਂਸੀ ਨੇ ਜਾਂ ਸਿਟੀਜ਼ਨ ਨੇ, ਉਹੀ ਕੰਮ ਕਰ ਸਕਦੇ ਨੇ। ਉਹਨਾਂ ਕੋਲ ਖਾਸ ਇੱਕ ਲਾਇਸੈਂਸ ਹੁੰਦਾ ਹੈ, ICCRC ਮੈਂਬਰਸ਼ਿਪ ਹੋਗੀ। ਜੇ ਤੁਸੀਂ ਆਸਟ੍ਰੇਲੀਆ 'ਚ ਕੋਈ ਵਰਕ ਪਰਮਿਟ ਲੈਣਾ ਚਾਹੁੰਦੇ ਤਾਂ ਉੱਥੇ ਮਾਰਾ ਏਜੰਸੀਜ਼ ਹੁੰਦੀਆਂ ਨੇ, ਉਹ ਮਾਈਗ੍ਰੇਸ਼ਨ ਏਜੰਸੀਜ਼ ਜਿਹੜੀ ਰੈਗੂਲੇਟਡ ਫਰਮ ਆਸਟ੍ਰੇਲੀਆ ਨੇ, ਉਹ ਕਰ ਸਕਦੀਆਂ ਨੇ। ਤਾਂ ਸਾਡੇ ਵਰਗੇ ਜਿਨ੍ਹਾਂ ਕੋਲ ਕੈਨੇਡਾ ਦੀ PR ਨਹੀਂ ਹੈ, ਅਸੀਂ ਨਹੀਂ ਕਰ ਸਕਦੇ। ਸਾਨੂੰ ਵਰਕ ਪਰਮਿਟ ਲਈ ਤਾਂ ਕਾਲ ਕਰਨ ਦੀ ਲੋੜ ਹੀ ਨਹੀਂ ਹੈ। ਸੋ ਕੋਸ਼ਿਸ਼ ਇਹ ਕਰੋ ਕਿ ਸਹੀ ਹੱਥਾਂ 'ਚ ਜਾਓ। ਜੇ ਤੁਸੀਂ ਵਰਕ ਪਰਮਿਟ ਲੈਣਾ ਚਾਹੁੰਦੇ ਹੋ, ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੀ ਵੈਬਸਾਈਟ ਤੇ ਜਾਓ, ਉੱਥੇ ਲੋਕਾਂ ਨਾਲ ਜੁੜੋ। ਜੇ ਤੁਸੀਂ ਕੈਨੇਡਾ ਦਾ ਕੋਈ ਵਰਕ ਪਰਮਿਟ ਲੈਣਾ ਚਾਹੁੰਦੇ ਹੋ, ICCRC ਮੈਂਬਰਸ਼ਿਪ ਨਾਲ ਗੱਲ ਕਰੋ। ਆਸਟ੍ਰੇਲੀਆ ਦਾ ਵਰਕ ਪਰਮਿਟ ਲੈਣਾ ਚਾਹੁੰਦੇ ਹੋ, ਮਾਰਾ ਏਜੰਸੀਜ਼ ਨਾਲ ਗੱਲ ਕਰੋ। ਸਾਡੇ ਕੋਲ ਜੇ ਤੁਸੀਂ ਆਉਣਾ ਚਾਹੁੰਦੇ ਹੋ, ਤੁਹਾਨੂੰ ਅਸੀਂ ਸਿਰਫ ਸਟੱਡੀ ਵੀਜ਼ਾ ਔਰ ਵਿਜ਼ਟਰ ਵੀਜ਼ਾ ਦੀ ਕੰਸਲਟੈਂਸੀ ਦੇ ਸਕਦੇ ਹਾਂ। ਤਾਂ ਅਸੀਂ ਕਾਨੂੰਨ ਦੇ ਸਲਾਹਕਾਰ ਆ, ਤੁਹਾਨੂੰ ਸਲਾਹ ਦੇ ਸਕਦੇ ਹਾਂ ਕਿ ਵੀ ਆਹ ਕੰਟਰੀ ਹੈ, ਇੱਦਾਂ ਤੁਸੀਂ ਰੈਲੀਵੈਂਸੀ ਰੱਖੋ, ਆਹ ਤੁਹਾਡੀ ਫੀਸਾਂ ਲੱਗਣੀਆਂ ਨੇ, ਆਪਣੇ ਕਾਲਜ ਦੀਆਂ ਫੀਸਾਂ ਆਪਣੇ ਅਕਾਊਂਟ ਤੋਂ ਜਮ੍ਹਾਂ ਕਰਾ ਲਓ। ਸਾਨੂੰ 8-10 ਲੱਖ ਰੁਪਏ ਦੇਣ ਦੀ ਲੋੜ ਨਹੀਂ ਹੈ। ਸਾਡੀ ਜਿਹੜੀਆਂ ਸਰਕਾਰ ਨੇ ਨਿਰਧਾਰਿਤ ਕੀਤੀਆਂ ਫੀਸਾਂ ਉਹ ਸਾਨੂੰ ਦੇ ਦਿਓ। ਸੋ ਕਹਿਣ ਦਾ ਮਕਸਦ ਇਹ ਹੈ ਕਿ ਬਚੋ। ਅਖਬਾਰਾਂ ਜਿਹੜੀਆਂ ਭਰੀਆਂ ਹੁੰਦੀਆਂ ਨੇ ਕਿ ਕੰਸਲਟੈਂਟ ਠੱਗੀਆਂ ਮਾਰਦੇ ਨੇ, ਕਾਰਨ ਦੋ ਹੀ ਹੁੰਦੇ ਨੇ। ਜਾਂ ਤਾਂ ਅਸੀਂ ਭੋਲੇ ਭਾਲੇ ਹਾਂ, ਅਸੀਂ ਜ਼ਿਆਦਾ ਇਨਕੁਆਇਰੀ ਨਹੀਂ ਕਰਦੇ, ਅਸੀਂ ਲੱਖਾਂ ਰੁਪਏ ਦੇ ਦਿੰਦੇ ਹਾਂ, ਤੇ ਜਾਂ ਫਿਰ ਕੰਸਲਟੈਂਟ ਨੇ ਉਹ ਤੁਹਾਡੇ ਆਪਣੇ ਲੈਵਲ ਤੇ ਹੁੰਦੇ ਨੇ। ਉਹ ਤਾਂ ਹੀ ਅਸੀਂ ਬਾਰ-ਬਾਰ YouTube ਤੇ 70 ਵੀਡੀਓਜ਼ ਪਾਈਆਂ ਨੇ ਕਿ ਵੀ ਕੰਸਲਟੈਂਟ ਦੀ ਚੋਣ ਕਿਵੇਂ ਕਰੋ। ਘੱਟ ਤੋਂ ਘੱਟ ਲਾਇਸੈਂਸ ਤਾਂ ਹੋਵੇ ਉਹਨਾਂ ਕੋਲੋਂ, ਕਿ ਜੇ ਮਨ ਠੱਗੀ ਮਾਰੇਗਾ ਤਾਂ ਘੱਟ ਪੁਲਿਸ ਦਾ ਉਹਨੂੰ ਕੁਝ ਨਾ ਕੁਝ ਤਾਂ ਸ਼ਿਕੰਜਾ ਆਏਗਾ ਨਾ ਉੱਤੇ। ਤੇ ਜਿਹੜੇ ਬੈਠੇ ਹੀ ਆਸੇ-ਪਾਸੇ ਹੋਏ ਨੇ ਔਰ ਫੋਨ ਤੇ ਗੱਲਾਂ ਕਰਦੇ ਪਏ ਨੇ, ਸੋ ਦੇਖਿਆ ਨਹੀਂ ਕਦੀ ਅੱਜ ਤੱਕ ਜ਼ਿੰਦਗੀ ਦੇ ਵਿੱਚ, ਤੇ ਉਹ ਤੁਹਾਡਾ ਕੀ ਕੰਮ ਕਰਨਗੇ ਇਹ ਤੁਹਾਨੂੰ ਜ਼ਿਆਦਾ ਪਤਾ ਹੈ। ਸੋ ਮੋਸਟ ਪ੍ਰੋਬੇਬਲੀ ਇਹ ਸਾਰਾ ਜਿਹੜਾ ਪ੍ਰੋਸੈਸ ਹੈ ਇਹ ਤੁਹਾਨੂੰ ਮੈਂ ਸਮਝਾਤਾ ਹੋਇਆ। ਇਸ ਤੋਂ ਇਲਾਵਾ ਵੀ ਜੇ ਤੁਸੀਂ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਮੇਰੇ ਖਿਆਲ ਦੇ ਵਿੱਚ ਤੁਸੀਂ ਮੈਨੂੰ ਫੋਨ ਜ਼ਰੂਰ ਕਰੋ। 9815573700 ਮੇਰਾ ਨੰਬਰ ਡਿਸਪਲੇ ਹੋ ਰਿਹਾ। ਔਰ ਅਗਲੀ ਵਾਰੀ ਜਿਹੜਾ ਆਪਾਂ 5 ਫਰਵਰੀ ਨੂੰ ਜੁੜਨ ਜਾ ਰਹੇ ਹਾਂ, ਉਹਦੇ ਵਿੱਚ ਆਪਾਂ ਗੱਲ ਕਰਾਂਗੇ ਨਿਊਜ਼ੀਲੈਂਡ ਦੇ ਵਿਜ਼ਟਰ ਵੀਜ਼ਾ ਬਾਰੇ, ਕਿਉਂਕਿ ਸਟੱਡੀ ਵੀਜ਼ਾ ਦੀ ਗੱਲ ਹੋ ਗਈ ਹੈ। ਅਸੀਂ ਇੱਕ ਸੀਰੀਜ਼ ਚਲਾ ਰਹੇ ਹਾਂ। ਪਹਿਲਾਂ ਅਸੀਂ ਗੱਲ ਕੀਤੀ ਸੀ ਕੈਨੇਡਾ ਦੇ ਸਟੱਡੀ ਵੀਜ਼ਾ ਬਾਰੇ, ਫਿਰ ਕੈਨੇਡਾ ਦੇ ਵਿਜ਼ਟਰ ਵੀਜ਼ਾ ਬਾਰੇ, ਫਿਰ ਗੱਲ ਕੀਤੀ ਆਸਟ੍ਰੇਲੀਆ ਦੇ ਸਟੱਡੀ ਵੀਜ਼ਾ ਬਾਰੇ, ਆਸਟ੍ਰੇਲੀਆ ਦੇ ਵਿਜ਼ਟਰ ਵੀਜ਼ਾ ਬਾਰੇ। ਅੱਜ ਗੱਲ ਕੀਤੀ ਹੈ ਨਿਊਜ਼ੀਲੈਂਡ ਦੇ ਸਟੱਡੀ ਵੀਜ਼ਾ ਬਾਰੇ, ਔਰ ਅਗਲੀ ਵਾਰੀ 5 ਤਰੀਕ ਨੂੰ ਗੱਲ ਕਰਾਂਗੇ ਨਿਊਜ਼ੀਲੈਂਡ ਦੇ ਵਿਜ਼ਟਰ ਵੀਜ਼ਾ ਬਾਰੇ। ਤਾਂ ਤਦ ਤੱਕ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।